ਹੋ ਸਕਦਾ ਹੈ ਕਿ ਚਰਨਜੀਤ ਸਿੰਘ ਚੰਨੀ ਸ਼ਾਇਦ ਪੰਜਾਬ ਦੇ ਪਹਿਲਾ ਚੀਫ ਮਿਨਿਸਟਰ ਹੈ ਜਿਹੜੇ ਆਜ਼ਾਦ ਹਿੰਦੁਸਤਾਨ 'ਚ ਪੈਦਾ ਹੋਏ। ਇਦੋਂ ਪਹਿਲਾਂ ਜਿੰਨੇ ਵੀ ਚੀਫ ਮਿਨਿਸਟਰ ਆਏ, ਚਾਹੇ ਕੈਪਟਨ ਅਮਰਿੰਦਰ ਸਿੰਘ ਸਾਹਿਬ ਆਏ, ਭਾਵੇਂ ਬਾਦਲ ਸਾਹਿਬ ਆਏ, ਮਿਸਿਸ ਭੱਠਲ ਆਏ, ਇਹ ਗੁਲਾਮ ਹਿੰਦੁਸਤਾਨ 'ਚ ਪੈਦਾ ਹੋਏ ਸੀ। ਔਰ ਜੋ ਪਿਛਲੇ 4-4.5 ਸਾਲ ਦੀ ਕੋਸ਼ਿਸ਼ ਤੇ ਕਾਵਿਸ਼ ਹੈ ਪੰਜਾਬ ਸਰਕਾਰ ਦੀ, ਉਸ ਕੋਸ਼ਿਸ਼ ਨੂੰ ਬੂਰ ਪਿਆ ਔਰ ਤਕਰੀਬਨ 99,000 ਕਰੋੜ ਦੀ ਇਨਵੈਸਟਮੈਂਟ ਜਿਹੜੀ ਹੈ ਇਹ ਪੰਜਾਬ ਦੇ ਵਿੱਚ ਗਰਾਊਂਡਡ ਹੈ। ਬਾਹਰਲੇ ਮੁਲਕਾਂ ਤੋਂ ਜਾਂ ਬਾਹਰਲੇ ਸਟੇਟਾਂ ਤੋਂ ਇਨਵੈਸਟਮੈਂਟ ਆਵੇ, ਬਲਕਿ ਜਿਹੜੇ ਪੰਜਾਬ ਦੇ ਵਿੱਚ ਕਾਰੋਬਾਰੀ ਜਾਂ ਉਦਯੋਗਪਤੀ ਬੰਦੇ ਹੈ ਉਹਨਾਂ ਦਾ ਸਫ਼ਰ ਸੁਥਰਾ ਹੋਵੇ, ਉਹ ਸਾਡੇ ਐਂਬੈਸਡਰ ਬਣਨ, ਉਹ ਜਾ ਕੇ ਲੋਕਾਂ ਨੂੰ ਦੱਸਣ ਕਿ ਜਿਹੜੀ ਪੰਜਾਬ ਜਿਹੜਾ ਹੈ ਇਹ ਇਨਵੈਸਟਮੈਂਟ ਵਾਸਤੇ ਇੱਕ ਸੁਥਰੀ ਜਗ੍ਹਾ ਹੈ। ਸੋ ਸਾਡੀ ਕੋਸ਼ਿਸ਼ ਇਸ ਵੇਲੇ ਹੈ ਕਿ ਜਿਹੜੇ ਮੌਜੂਦਾ ਇੰਡਸਟਰੀਅਲਿਸਟ ਹੈ ਪੰਜਾਬ ਦੇ, ਉਹਨਾਂ ਲਈ ਹਰ ਸਹੂਲਤ ਫਰਾਹਮ ਕੀਤੀ ਜਾਵੇ। ਜਿਹਦੇ ਵਿੱਚੋਂ ਮੈਂ ਸਮਝਦਾ ਸਭ ਤੋਂ ਵੱਡੀ ਅਨਾਊਂਸਮੈਂਟ ਤਾਂ ਇਹ ਹੈ ਕਿ ਜਿਹੜੇ ਵੈਟ ਦੇ ਪੁਰਾਣੇ ਕੇਸ ਸੀਗੇ ਔਰ ਤਕਰੀਬਨ 48,000 ਬੰਦਾ ਇਸ ਅਸੈਸਮੈਂਟ 'ਚ ਫਸਿਆ ਸੀ 14, 15, 15, 16, 16, 17 ਦਾ, ਉਹ तमाम ਕੇਸ ਜਿਹੜੇ ਹੈ ਉਹਨਾਂ 'ਚੋਂ 48 ਚੋਂ 40,000 ਤਾਂ ਬਿਲਕੁਲ ਹੀ ਖਤਮ ਕਰਤੇ। 40,000 ਬੰਦਿਆਂ ਤੋਂ 50 ਕਰੋੜ ਰੁਪਇਆ ਸਰਕਾਰ ਦੀ ਡਿਮਾਂਡ ਸੀ ਔਰ ਇੱਕ ਐਡੀ ਵੱਡੀ ਫੌਜ ਸਰਕਾਰੀ ਅਫਸਰਾਂ ਦੀ, ਔਰ 40,000 ਬੰਦਾ ਖੱਜਲ ਇਸ ਕਰਕੇ ਹੋ ਰਿਹਾ ਸੀ ਕਿ ਉਹਨਾਂ ਤੋਂ 50 ਕਰੋੜ ਰੁਪਏ ਲੈਣਾ ਸੀ। ਉਹ ਸੀਐਮ ਸਾਹਿਬ ਨੇ ਸਾਰਾ ਜਿਹੜਾ ਖਤਮ ਕਰਤਾ। ਜਿਹੜਾ 8,000 ਬਕਾਇਆ ਰਹਿ ਗਿਆ, 8,000 ਨੂੰ ਵੀ ਅਸੀਂ ਕਿਹਾ ਵੀ ਤੁਸੀਂ ਜੋ ਸਰਕਾਰ ਦੀ ਜਾਂ ਤੁਹਾਡੇ ਕੋਲ ਡਿਮਾਂਡ ਆਈ ਹੈ ਉਹਦਾ ਤੁਸੀਂ 30% ਸਾਨੂੰ ਦੇ ਦਿਓ, ਬਾਕੀ 70 ਛੱਡਿਆ ਔਰ 30 ਜਮ੍ਹਾਂ ਕਰਾਓ। ਔਰ 30 ਜਿਹੜਾ ਹੈ ਉਹ ਇਸ ਸਾਲ ਸਿਰਫ ਉਹਦਾ 20% ਜਮ੍ਹਾਂ ਕਰਾਉਣਾ, ਅਗਲੇ ਸਾਲ 80 ਕਰਾ ਦਿਓ, 2 ਕਿਸ਼ਤਾਂ 'ਚ ਕਰ ਲਿਆ। ਇਸੇ ਤਰ੍ਹਾਂ ਹੀ ਸੀਐਮ ਸਾਹਿਬ ਨੇ ਕਿਹਾ ਵੀ ਅੱਜ ਤੋਂ ਬਾਅਦ ਜਿਹੜਾ ਪੰਜਾਬ ਦਾ ਟੈਕਸ ਡਿਪਾਰਟਮੈਂਟ ਹੈ ਉਹ ਕਿਸੇ ਵੀ ਟੈਕਸ ਪੇਅਰ ਨੂੰ ਆਪਦੇ ਦਫ਼ਤਰ 'ਚ ਤਲਬ ਨਹੀਂ ਕਰੂਗਾ। ਪਠਾਨਕੋਟ ਦੀ ਅਸੈਸਮੈਂਟ ਜਿਹੜੀ ਹੈ ਉਹ ਫਾਜ਼ਿਲਕਾ ਹੋ ਰਹੀ ਹੈ। ਫਾਜ਼ਿਲਕੇ ਵਾਲੇ ਨੂੰ ਪਤਾ ਨਹੀਂ ਕਿ ਇਹ ਕੌਣ ਹੈ, ਔਰ ਜਿਹਦੀ ਅਸੈਸਮੈਂਟ ਹੋ ਰਹੀ ਹੈ ਉਹ ਟੈਕਸ ਅਫਸਰ ਨੂੰ ਨਹੀਂ ਜਾਣਦਾ। ਤੀਜਾ, ਇਹਨਾਂ ਨੇ ਇਹ ਵੀ ਅੱਜ ਡਾਇਰੈਕਸ਼ਨ ਦਿੱਤੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਮੋਬਾਈਲ ਸਕੁਆਡ ਹੈ, ਜਿਹੜੇ ਟਰੱਕਾਂ ਨੂੰ ਰੋਕਦੇ ਸੀ, ਤੁਸੀਂ ਦੇਖਿਆ ਹੋਣਾ ਚੌਂਕਾਂ ਚੂਕਾਂ 'ਤੇ ਖੜੇ, ਉਹ ਤਕਰੀਬਨ ਖਤਮ ਕਰ ਦੇਣੇ। ਸਮੌਲ ਸਕੇਲ ਇੰਡਸਟਰੀ ਨੂੰ 5 ਰੁਪਏ ਯੂਨਿਟ ਬਿਜਲੀ ਮਿਲ ਰਹੀ ਹੈ। ਕਾਰੋਬਾਰ ਦਾ ਪਹੀਆ ਤੇਜ਼ੀ ਨਾਲ ਚੱਲੇ, ਪੰਜਾਬ ਦਾ ਵਪਾਰੀ ਖੁਦ ਕਫੀਲ ਹੋਵੇ, ਔਰ ਜਿਹੜੀਆਂ ਬਹਾਰਾਂ ਪੰਜਾਬ ਤੋਂ ਰੁੱਸ ਕੇ ਚਲੀਆਂ ਗਈਆਂ ਸੀ ਉਹ ਬਹਾਰਾਂ ਲੌਟ ਕੇ ਪੰਜਾਬ ਆਉਣ, ਪੰਜਾਬ ਦੇ ਵਿੱਚ ਕਾਰਖਾਨਿਆਂ ਦੇ ਦਿਲ ਧੜਕਣ। जैसे मैं बड़ी बार कह चुका हूँ, गवर्नमेंट जो है एक माँ बाप की हैसियत रखती है, और जैसे माँ बाप को अपनी औलाद की चिंता होती है, गवर्नमेंट को अपनी कौम की चिंता होती है। ये ज़रूरियात वक्त है, ये वक्त की ज़रूरत सीगी कि पंजाब का जिहड़ा कारोबार है वो तेज़ी नाल चल सके, क्योंकि साडे बच्चे जिहड़े है इज्जत की रोटी खा सकन, खुशहाल जिंदगी बसर कर सकन, और पंजाब जिहड़ा है हिंदुस्तान के दूजे जिहड़े सूबे है उन्हां नाल हमाहंग होकर चल सके। मैनूं बड़ी खुशी है अज तुहाडे विचकार आके इंडस्ट्रीलिज्म पंजाब का भविख है। तुहाडे फ्यूचर दे विच असीं पंजाब का फ्यूचर देख रहे हैं। तुसीं कामयाब होगे तो पंजाब ने तुहाडी डिमांड है, एक तो व्यापारियों की खास तौर पर, दुकानदारों की खास तौर पर, कि जिहड़े वैट के केस चल रहे हैं 15-16 के, 16-17 के, 14-15 के, वो 48,000 केस पंजाब दे विच पेंडिंग पे है। साढ़े टैक्सेशन के अधिकारी बुलाते हैं, हर हफ्ते व्यापारी जाता है, गल्लां बातां करके नोट देंगे हैं, लेकिन परेशान हो रहा। इसलिए 40,000 वैट के केस अज असी मूल तो ही खत्म करना फैसला लिया। कैसे ना देना ना बुलाना, 40,000 केसा पर असी लहर मारती, अज कोई पैसा
48000 ਕੇਸ ਐਸੇ ਜਿਨ੍ਹਾਂ 'ਚ ਰਕਮ ਜ਼ਿਆਦਾ ਇਨਵੋਲਵ ਹੈ। ਉਹਦੇ ਵਿੱਚ ਵੀ ਅਸੀਂ ਇਹ ਫੈਸਲਾ ਕਰਤਾ ਕਿ ਤੁਸੀਂ 100% ਛੱਡੋ, 50% ਛੱਡੋ, 30% ਪੈਸੇ ਸਾਨੂੰ ਜਮ੍ਹਾਂ ਕਰਾ ਦਿਓ, ਅਸੀਂ ਕੇਸ ਖਤਮ ਕਰ ਦਿਓ। ਅੱਜ 30% ਵੀ ਜਿਹੜਾ 30% ਨਹੀਂ ਦੇਣਾ, 30% ਦਾ ਵੀ ਸਾਨੂੰ 20% ਇਸ ਸਾਲ ਦੇ ਦਿਓ, 80% ਅਗਲੇ ਸਾਲ ਦੇ ਦਿਓ, ਉਹ ਵੀ ਅਸੀਂ ਕਰ ਦਿਓ। खत्म कहानी। 48,000 केस खत्म। किसी ने कोई मेरा इंस्पेक्टर, कोई डीटीओ, कोई कमिश्नर दफ्तर में नहीं बुलाएगा। एक अगला फैसला ऐसी ये भी ले लिया कि कोई केस है, कोई पेशी है, केसलैस, तो दफ्तर में जाने की लोड़ नहीं है। किसी तरह की करप्शन ना रहे, करप्शन रहित होवे, ਉਹਦੇ ਵਾਸਤੇ ਟੈਲੀਫੋਨ ਤੇ ਗੱਲ ਹੋਏਗੀ। ਇਹ ਵੀ ਨਹੀਂ ਇੰਸਪੈਕਟਰ ਨੂੰ ਪਤਾ ਹੋਏਗਾ ਕਿ ਮੈਂ ਕਿਹਦੇ ਨਾਲ ਗੱਲ ਕਰ ਰਿਹਾ, ਦੂਜੇ ਜ਼ਿਲ੍ਹਿਆਂ 'ਚ ਕੰਮ ਜਾਏਗਾ। ਫੇਸਲੈਸ ਸਿਸਟਮ ਅਸੀਂ ਤੁਹਾਨੂੰ ਦੇ ਰਹੇ ਹਾਂ। बैठ का कम से कम वही बैठ वाले गल करते जैसे आप अस्सी का फोकल पॉइंट का सारे पंजाब के फोकल पॉइंटा दी सड़क 150 करोड़ रिपेयर हो जाएगी। सीएम साहब ने अज रिलीज करना जिथे इन्ना कुछ करी जाने सड़क पिछे और पंजाबी च एक मुहावरा है भी सलाम पिछे भी इनू गुस्से नहीं करना सड़क पिछे यार। कोशिश करा पहला फोकल पॉइंट एक बार करते सारे 150 नहीं कोई गल नहीं। सरकार तो माँ बाप की सरकार परमिशन की सड़क ही बनवा सरकार का जो दिल छोटा नहीं बड़ा गवर्नमेंट का दिल करवा कर लाँगे जी। वैसे तो कोशिश करें, वैसे तो ऐसा रीत बना रहे हैं मैं कोई भूत प्रेत नेड़े ना आउण पंजाब में, पर थोड़ा टाइम लग गया। मेहरबानी जी, थैंक यू सो मच। थैंक यू। सिटी हम देख रहे सारे दर्शकों का स्वागत है। मैं राजेश खरा। ਅੱਜ ਅਸੀਂ ਪਹੁੰਚੇ ਹਾਂ ਪੰਜਾਬ ਸਰਕਾਰ ਵੱਲੋਂ ਇਨਵੈਸਟ ਪੰਜਾਬ ਦੇ ਸਮਿਟ ਵਿੱਚ। ਇਨਵੈਸਟ ਪੰਜਾਬ ਦਾ ਸਮਿਟ ਦੇ ਵਿੱਚ ਬਹੁਤ ਸਾਰੇ ਬਿਜ਼ਨਸਮੈਨ ਪਹੁੰਚੇ ਨੇ। ਅੱਜ ਪੰਜਾਬ ਸਰਕਾਰ ਇਸ ਕਹਿ ਦੇਵਾਂ ਕਿ ਸਾਰੀ ਦੀ ਸਾਰੀ ਪਹੁੰਚੀ ਆ, ਸਾਰੇ ਐਮਐਲਏਜ਼ ਨੇ। ਅੱਜ ਸਟੇਜ ਦੇ ਉੱਤੇ ਨਵੇਂ ਬਣੇ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ ਪਹੁੰਚੇ ਨੇ, ਫਾਈਨੈਂਸ ਮਿਨਿਸਟਰ ਮਨਪ੍ਰੀਤ ਬਾਦਲ ਪਹੁੰਚੇ ਨੇ ਤੇ ਹੋਰ ਵੀ ਸਾਰੇ ਐਮਐਲਏਜ਼ ਉਹਨਾਂ ਦੇ ਨਾਲ ਨੇ, ਸੱਜੇ ਖੱਬੇ ਬੈਠੇ ਨੇ। ਤੁਸੀਂ ਦੇਖ ਸਕਦੇ ਹੋ ਤਸਵੀਰਾਂ। ਕਿਹਾ ਜਾਂਦਾ ਕਿ ਪ੍ਰੋਗਰੈਸਿਵ ਪੰਜਾਬ ਹੈ, ਉਹਦੇ ਵਿੱਚ ਇਨਵੈਸਟਮੈਂਟ ਕਰੋ ਤੇ ਪੰਜਾਬ ਇਨਵੈਸਟ ਇਨ ਦਾ ਵੈਸਟ। ਜੇ ਤੁਸੀਂ ਪੰਜਾਬ ਦੇ ਵਿੱਚ ਇਨਵੈਸਟਮੈਂਟ ਲਾਓਗੇ ਤੇ ਆਪਣੀ ਵੈਸਟ ਆਊਟਪੁੱਟ ਲਾਓਗੇ। ਇਨਵੈਸਟ ਪੰਜਾਬ ਨਾਮ ਦੀ ਇੱਕ ਤਕਰੀਬ ਚੱਲ ਰਹੀ ਹੈ ਔਰ ਜੋ ਪਿਛਲੇ 4-4.5 ਸਾਲ ਦੀ ਕੋਸ਼ਿਸ਼ ਤੇ ਕਾਵਿਸ਼ ਹੈ ਪੰਜਾਬ ਸਰਕਾਰ ਦੀ, ਉਸ ਕੋਸ਼ਿਸ਼ ਨੂੰ ਬੂਰ ਪਿਆ ਔਰ ਤਕਰੀਬਨ 99,000 ਕਰੋੜ ਦੀ ਇਨਵੈਸਟਮੈਂਟ ਜਿਹੜੀ ਹੈ ਇਹ ਪੰਜਾਬ ਦੇ ਵਿੱਚ ਗਰਾਊਂਡਡ ਹੈ। ਗੌਰਤਲਬ ਗੱਲ ਇਹ ਵੀ ਹੈ ਕਿ ਪੰਜਾਬ ਸਰਕਾਰ ਦੀ ਜਿਹੜੀ ਤਰਜ਼ੀ ਹੈ ਉਹ ਨਾ ਕੇਵਲ ਇਹ ਹੈ ਕਿ ਬਾਹਰਲੇ ਮੁਲਕਾਂ ਤੋਂ ਜਾਂ ਬਾਹਰਲੇ ਸਟੇਟਾਂ ਤੋਂ ਇਨਵੈਸਟਮੈਂਟ ਆਵੇ, ਬਲਕਿ ਜਿਹੜੇ ਪੰਜਾਬ ਦੇ ਵਿੱਚ ਕਾਰੋਬਾਰੀ ਜਾਂ ਉਦਯੋਗਪਤੀ ਬੰਦੇ ਹੈ ਉਹਨਾਂ ਦਾ ਸਫ਼ਰ ਸੁਥਰਾ ਹੋਵੇ, ਉਹ ਸਾਡੇ ਐਂਬੈਸਡਰ ਬਣਨ, ਉਹ ਜਾ ਕੇ ਲੋਕਾਂ ਨੂੰ ਦੱਸਣ ਕਿ ਜਿਹੜੀ ਪੰਜਾਬ ਜਿਹੜਾ ਹੈ ਇਹ ਇਨਵੈਸਟਮੈਂਟ ਵਾਸਤੇ ਇੱਕ ਸੁਥਰੀ ਜਗ੍ਹਾ ਹੈ। ਸੋ ਸਾਡੀ ਕੋਸ਼ਿਸ਼ ਇਸ ਵੇਲੇ ਹੈ ਕਿ ਜਿਹੜੇ ਮੌਜੂਦਾ ਇੰਡਸਟਰੀਅਲਿਸਟ ਹੈ ਪੰਜਾਬ ਦੇ, ਉਹਨਾਂ ਲਈ ਹਰ ਸਹੂਲਤ ਫਰਾਹਮ ਕੀਤੀ ਜਾਵੇ। ਔਰ ਅੱਜ ਸੀਐਮ ਸਾਹਿਬ ਨੇ 2-4 ਬੜੀਆਂ ਅਹਿਮ ਅਨਾਊਂਸਮੈਂਟਸ ਕੀਤੀਆਂ, ਜਿਹਦੇ ਵਿੱਚੋਂ ਮੈਂ ਸਮਝਦਾ ਸਭ ਤੋਂ ਵੱਡੀ ਅਨਾਊਂਸਮੈਂਟ ਤਾਂ ਇਹ ਹੈ ਕਿ ਜਿਹੜੇ ਵੈਟ ਦੇ ਪੁਰਾਣੇ ਕੇਸ ਸੀਗੇ ਔਰ ਤਕਰੀਬਨ 48,000 ਬੰਦਾ ਇਸ ਅਸੈਸਮੈਂਟ 'ਚ ਫਸਿਆ ਸੀ 14, 15, 15, 16, 16, 17 ਦਾ, ਉਹ तमाम ਕੇਸ ਜਿਹੜੇ ਹੈ ਉਹ ਉਹਨਾਂ 'ਚੋਂ 48 ਚੋਂ 40,000 ਤਾਂ ਬਿਲਕੁਲ ਹੀ ਖਤਮ ਕਰਤੇ। ਔਰ ਤੁਸੀਂ ਮਤਲਬ ਇਹ ਦੇਖੋ ਵੀ 40,000 ਬੰਦਿਆਂ ਤੋਂ 50 ਕਰੋੜ ਰੁਪਇਆ ਸਰਕਾਰ ਦੀ ਡਿਮਾਂਡ ਸੀ ਔਰ ਇੱਕ ਐਡੀ ਵੱਡੀ ਫੌਜ ਸਰਕਾਰੀ ਅਫਸਰਾਂ ਦੀ, ਔਰ 40,000 ਬੰਦਾ ਖੱਜਲ ਇਸ ਕਰਕੇ ਹੋ ਰਿਹਾ ਸੀ ਕਿ ਉਹਨਾਂ ਤੋਂ 50 ਕਰੋੜ ਰੁਪਏ ਲੈਣਾ ਸੀ। ਉਹ ਸੀਐਮ ਸਾਹਿਬ ਨੇ ਸਾਰਾ ਜਿਹੜਾ ਖਤਮ ਕਰਤਾ। ਜਿਹੜਾ 8,000 ਬਕਾਇਆ ਰਹਿ ਗਿਆ, 8,000 ਨੂੰ ਵੀ ਅਸੀਂ ਕਿਹਾ ਹੈ ਵੀ ਤੁਸੀਂ ਜੋ ਸਰਕਾਰ ਦੀ ਜਾਂ ਤੁਹਾਡੇ ਕੋਲ ਡਿਮਾਂਡ ਆਈ ਹੈ
ਉਹਦਾ ਤੁਸੀਂ 30% ਸਾਨੂੰ ਦੇ ਦਿਓ, ਬਾਕੀ 70 ਛੱਡਿਆ ਔਰ 30 ਜਮ੍ਹਾਂ ਕਰਾਓ। ਔਰ 30 ਜਿਹੜਾ ਹੈ ਉਹ ਇਸ ਸਾਲ ਸਿਰਫ ਉਹਦਾ 20% ਜਮ੍ਹਾਂ ਕਰਾਉਣਾ, ਅਗਲੇ ਸਾਲ 80 ਕਰਾ ਦਿਓ। 2 ਕਿਸ਼ਤਾਂ 'ਚ ਕਰ ਲਿਆ। ਇਦੋਂ ਸਾਦਾ ਤੇ ਸੌਖਾ ਸਮਾਧਾਨ ਜਿਹੜਾ ਵੈਟ ਦਾ ਹੋ ਨਹੀਂ ਸਕਦਾ ਸੀ। ਇਸੇ ਤਰ੍ਹਾਂ ਹੀ ਸੀਐਮ ਸਾਹਿਬ ਨੇ ਕਿਹਾ ਵੀ ਅੱਜ ਤੋਂ ਬਾਅਦ ਜਿਹੜਾ ਪੰਜਾਬ ਦਾ ਟੈਕਸ ਡਿਪਾਰਟਮੈਂਟ ਹੈ ਉਹ ਕਿਸੇ ਵੀ ਟੈਕਸ ਪੇਅਰ ਨੂੰ ਆਪਦੇ ਦਫ਼ਤਰ 'ਚ ਤਲਬ ਨਹੀਂ ਕਰੂਗਾ, ਕਿਸੇ ਦੀ ਹਰੈਸਮੈਂਟ ਨਹੀਂ ਹੋਊਗੀ। ਜੇ ਕਿਸੇ ਨੂੰ ਤੁਸੀਂ ਤਲਬ ਕਰਨਾ ਹੈ ਤਾਂ ਜਿਵੇਂ ਇਨਕਮ ਟੈਕਸ ਦੇ ਵਿੱਚ ਅੱਜ ਕੱਲ੍ਹ ਅਸੈਸਮੈਂਟਸ ਫੇਸਲੈਸ ਹੋ ਗਈਆਂ। ਅੱਜ ਕੱਲ੍ਹ ਟੈਕਨੋਲੋਜੀ ਆ ਗਈ ਹੈ ਔਰ ਫੇਸਲੈਸ ਦਾ ਮਤਲਬ ਇਹ ਵੀ ਹੋ ਗਿਆ ਹੈ ਕਿ ਜੇ ਕੋਈ ਪਠਾਨਕੋਟ ਦੀ ਇੰਡਸਟਰੀ ਹੈ ਔਰ ਪਹਿਲਾਂ ਸਾਡੇ ਵਾਰਡ ਬਣੇ ਹੁੰਦੇ ਸੀ ਤਾਂ ਪਠਾਨਕੋਟ ਦੀ ਅਸੈਸਮੈਂਟ ਜਿਹੜੀ ਹੈ ਉਹ ਫਾਜ਼ਿਲਕਾ ਹੋ ਰਹੀ ਹੈ। ਫਾਜ਼ਿਲਕੇ ਵਾਲੇ ਨੂੰ ਪਤਾ ਨਹੀਂ ਕਿ ਇਹ ਕੌਣ ਹੈ ਔਰ ਜਿਹਦੀ ਅਸੈਸਮੈਂਟ ਹੋ ਰਹੀ ਹੈ ਉਹ ਟੈਕਸ ਅਫਸਰ ਨੂੰ ਨਹੀਂ ਜਾਣਦਾ। ਤੀਜਾ, ਇਹਨਾਂ ਨੇ ਇਹ ਵੀ ਅੱਜ ਡਾਇਰੈਕਸ਼ਨ ਦਿੱਤੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਮੋਬਾਈਲ ਸਕੁਆਡ ਹੈ, ਜਿਹੜੇ ਟਰੱਕਾਂ ਨੂੰ ਰੋਕਦੇ ਸੀ, ਤੁਸੀਂ ਦੇਖਿਆ ਹੋਣਾ ਚੌਂਕਾਂ ਚੂਕਾਂ ਤੇ ਖੜੇ, ਉਹ ਤਕਰੀਬਨ ਖਤਮ ਕਰ ਦੇਣੇ। ਵੱਡੀ ਜਿਹੜੀ ਅਨਾਉਂਸਮੈਂਟ ਜਿਹੜੀ ਸੀਐਮ ਸਾਹਿਬ ਨੇ ਕਹੀ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਇੰਡਸਟਰੀਅਲ ਏਸਟੇਟ, ਫੋਕਲ ਪੁਆਇੰਟਸ ਜਾਂ ਇਸ ਕਿਸਮ ਦੇ ਜਿਹੜੇ ਪੰਜਾਬ ਸਰਕਾਰ ਦੇ ਜਿਹੜੇ ਇਹ ਸਟੇਟ ਸੀਗੇ, ਇਹਨਾਂ ਦੀਆਂ ਸੜਕਾਂ ਜਿਹੜੀਆਂ ਹੈ ਇਹ ਸਾਰੀਆਂ ਕਿਸੇ ਹੱਦ ਤੱਕ ਖਸਤਾ ਹਾਲਤ ਸੀਗੀਆਂ। ਔਰ ਇਹ ਅਸੀਂ ਪਿਛਲੇ 10 ਦਿਨਾਂ 'ਚ ਐਸਟੀਮੇਟ ਲਾਇਆ ਕਿ ਜੇ ਪੰਜਾਬ ਦੇ ਸਾਰੇ ਫੋਕਲ ਪੁਆਇੰਟਾਂ ਦੀਆਂ ਸੜਕਾਂ ਬਣਾਉਣੀਆਂ ਹੋਣ ਤਾਂ ਇਹ 150 ਕਰੋੜ ਦੇ ਵਿੱਚ ਇਹ ਮੁਰੰਮਤ ਹੋ ਜਾਂਦੀ। ਤੇ ਇਹ ਉਹਨਾਂ ਨੇ ਅੱਜ ਇਹ ਪੈਸੇ ਰਿਲੀਜ਼ ਕਰਤੇ ਹੈ। ਔਰ ਸਭ ਤੋਂ ਵੱਡੀ ਜਿਹੜੀ ਕਿ ਮੈਨੂੰ ਲੱਗਦਾ ਬਹੁਤ ਜ਼ਿਆਦਾ ਲੋਕ ਖੁਸ਼ ਹੋਣਗੇ, ਇੰਡਸਟਰੀਅਲਿਸਟ, ਸਮੌਲ ਸਕੇਲ ਇੰਡਸਟਰੀ ਨੂੰ 5 ਰੁਪਏ ਯੂਨਿਟ ਬਿਜਲੀ ਮਿਲ ਰਹੀ ਹੈ। ਲਾਰਜ ਜਿਹੜਾ ਜਾਂ ਸੁਪਰ ਲਾਰਜ ਹੈ ਉਹਨੂੰ ਵੀ 5 ਮਿਲ ਰਹੀ ਹੈ। ਪਰ ਜਿਹੜੀ ਫਿਕਸਡ ਜਿਹੜਾ ਮੀਡੀਅਮ ਇੰਡਸਟਰੀ ਹੈ ਉਹਦਾ ਬਿੱਲ ਬਹੁਤ ਜ਼ਿਆਦਾ ਆ ਰਿਹਾ ਸੀ ਕਿਉਂਕਿ ਉਹਨੂੰ ਇੱਕ ਫਿਕਸ ਚਾਰਜਸ ਵੀ ਲੱਗਦੇ ਸੀ। ਤੇ ਸੀਐਮ ਸਾਹਿਬ ਨੇ ਅੱਜ ਇਹ ਵੀ ਆਰਡਰ ਕੀਤਾ ਜਿਹੜੇ ਫਿਕਸ ਚਾਰਜਸ ਹੈ ਇਹ ਵੀ 50% ਜਿਹੜੇ ਹੈ ਖਤਮ ਕਰਤੇ। ਇਸ ਤੋਂ ਇਲਾਵਾ ਜਿਹਨੂੰ ਵਨ ਟਾਈਮ ਸੈਟਲਮੈਂਟ, ਕੋਈ PSIEC, ਬਿਜਲੀ ਬੋਰਡ, ਹੋਰ ਜਿੰਨੀਆਂ ਵੀ ਕੋਈ ਜਿਹੜੀਆਂ ਸਰਕਾਰੀ ਏਜੰਸੀਆਂ ਹੁੰਦੀਆਂ ਉਹਨਾਂ ਦਾ ਵੀ OTS ਲੈ ਕੇ ਆਵਾਂਗੇ। ਮੁੱਕਦੀ ਗੱਲ ਹੈ ਕਾਰੋਬਾਰ ਦਾ ਪਹੀਆ ਤੇਜ਼ੀ ਨਾਲ ਚੱਲੇ, ਪੰਜਾਬ ਦਾ ਵਪਾਰੀ ਖੁਦ ਕਫੀਲ ਹੋਵੇ ਔਰ ਜਿਹੜੀਆਂ ਬਹਾਰਾਂ ਪੰਜਾਬ ਤੋਂ ਰੁੱਸ ਕੇ ਚਲੀਆਂ ਗਈਆਂ ਸੀ ਉਹ ਬਹਾਰਾਂ ਲੌਟ ਕੇ ਪੰਜਾਬ ਆਉਣ, ਪੰਜਾਬ ਦੇ ਵਿੱਚ ਕਾਰਖਾਨਿਆਂ ਦੇ ਦਿਲ ਧੜਕਣ ਔਰ ਜਿਹੜੀਆਂ ਚਿਮਨੀਆਂ ਉਦਾਸ ਹੋਈਆਂ ਪਈਆਂ ਪੰਜਾਬ 'ਚ ਉਹਨਾਂ ਚਿਮਨੀਆਂ 'ਚੋਂ ਇੱਕ ਵਾਰੀ ਫੇਰ ਧੂੰਆਂ ਨਿਕਲੇ। ਔਰ कारोबार है तो सरकार है, जे कारोबार या व्यापार नहीं है तो सरकार भी नहीं है। तो वो मैं उसी का कह रहा हूँ कि पंजाब सरकार ने ये फैसला किया है कि ये सब जो भी मसले हैं, चाहे वो NOC का है, इन्हांसमेंट का है, वगैरह वगैरह पेनल्टीज़ हैं, उनमें एक बार फिर से सरकार नज़रसानी करेगी। और जैसे मैं बड़ी बार कह चुका हूँ, गवर्नमेंट जो है एक माँ बाप की हैसियत रखती है और जैसे माँ बाप को अपनी औलाद की चिंता होती है, गवर्नमेंट को अपनी कौम की चिंता होती है। ये ज़रूरियात वक्त है, ये वक्त की ज़रूरत सीगी कि पंजाब का जिहड़ा कारोबार है वो तेज़ी ना चल सके क्योंकि साडे बच्चे जिहड़े है इज्जत की रोटी खा सकन, खुशहाल जिंदगी बसर कर सकन और पंजाब जिहड़ा है हिंदुस्तान के दूजे जिहड़े सूबे है उन्हां नाल हमाहंग होकर चल सके। और कोई वेला सी जदों पंजाब जिहड़ा है वो हिंदुस्तान के मत्थे का चंद हुंदा सी। जिन्ने भी हिंदुस्तान के सूबे है उन्हां सारे सूबियां तो सैरे फरिश्त सूबा जिहड़ा वो पंजाब हुंदा सी। पंजाब पिछे रह गया। मैं उन्हां वजह च नहीं जाना चाहता, पर जिन्ना चिर पंजाब सरकार और जिहदे सरदार चरणजीत सिंह चन्नी, क्योंकि इन्हां दी एक जिहड़ी सोच है, इस सोच दे विच एक ताजगी है, इन्हां दे रवैये दे विच एक सादगी है। और मैं कई बार सोचदा इहदी वजह की है। हो सकता है कि चरणजीत सिंह चन्नी शायद पंजाब के पहला चीफ मिनिस्टर है जिहड़े आज़ाद हिंदुस्तान च पैदा होए। इदों पहला जिन्ने भी चीफ मिनिस्टर आए, चाहे कैप्टन अमरिंदर सिंह साहब आए, भावें बादल साहब आए, मिसिस भट्टल आए, ये गुलाम हिंदुस्तान च पैदा होए सी। कई बारी वो जिहड़ी आज़ाद बंदियां दी फितरत हुंदी है वो अलग किस्म दी हुंदी है। इस करके एक नवीं ताजगी देख रहे हैं। और जिन्ना परमात्मा ने अकल दित्ती है, जिन्नी परमात्मा ने शक्ति दित्ती है, उस अकल नाल पंजाब वास्ते ते इस देश वास्ते बेहतर तो बेहतर सोचांगे। थैंक यू। चलो देखो गल ये है कि जिंदगी जिहड़ी है ये तो मुसलसल चलती रहिंदी है। लेट इलैक्शन के एतबार ना कह रहे हो, पर पंजाब ने तो जिंदा रहना है और सदियां तक जिंदा रहना है, हज़ारां सालां तक जिंदा रहना है। और
ਅਸੀਂ ਤਾਂ ਕਿਸੇ ਨੇ ਇੱਥੇ ਅਕਬਰ ਹੋ ਹੀ ਨਹੀਂ ਰਹੇ, ਅਸੀਂ ਕੀ ਰਹਿਣਾ। ਬਟ ਇਹ ਸਨ ਪੰਜਾਬ ਦੇ ਫਾਈਨੈਂਸ ਮਿਨਿਸਟਰ ਮਨਪ੍ਰੀਤ ਸਿੰਘ ਬਾਦਲ, ਜਿਨ੍ਹਾਂ ਨੇ ਦੱਸਿਆ ਕਿ 1 ਲੱਖ ਕਰੋੜ ਦੇ ਕਰੀਬ ਇੱਥੇ ਇਨਵੈਸਟਮੈਂਟ ਹੋਈ ਹੈ ਇਸ ਪੰਜਾਬ ਇਨਵੈਸਟ ਸੈਮੀਨਾਰ ਦੇ ਵਿੱਚ। ਇਹ ਜਿਹੜਾ ਸਮਿਟ ਹੋਇਆ ਉਹ ਕਹਿੰਦੇ ਬਹੁਤ ਹੀ ਖੁਸ਼ਹਾਲ ਮਾਹੌਲ ਦੇ ਵਿੱਚ ਹੋਇਆ, ਔਰ ਲੋਕਾਂ ਨੂੰ ਅਸੀਂ ਦੱਸਿਆ ਕਿ ਆਉਣ ਵਾਲਾ ਜਿਹੜਾ ਪੰਜਾਬ ਹੈ ਉਹ ਬਹੁਤ ਇੱਕ ਸੋਨੇ ਦੀ ਚਿੜੀਆ ਜਿੱਦਾਂ ਪਹਿਲਾਂ ਕਹਾਇਆ ਜਾਂਦਾ ਸੀ, ਉੱਦਾਂ ਹੀ ਬਣਾਉਣ ਨੂੰ ਅਸੀਂ ਕਾਂਗਰਸ ਤਿਆਰ ਹੈ। ਔਰ ਅੱਜ ਸਾਰੇ ਇਨਵੈਸਟਰਾਂ ਨੇ ਵੀ ਇਹੀ ਹੱਥ ਮਿਲਾਇਆ ਕਾਂਗਰਸ ਸਰਕਾਰ ਨਾਲ ਕਿ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਪੰਜਾਬ 'ਚ ਅਸੀਂ ਇਨਵੈਸਟ ਕਰਾਂਗੇ। ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਨਵੇਂ ਬਣੇ ਚਰਨਜੀਤ ਸਿੰਘ ਚੰਨੀ ਇੱਕ ਹਮੇਸ਼ਾ ਦੀ ਤਰ੍ਹਾਂ ਜਿਸ ਤਰੀਕੇ ਨਾਲ ਉਹ ਕਹਿੰਦੇ ਪਹਿਲਾਂ ਚੀਫ ਮਿਨਿਸਟਰ ਦੇਖੇ ਸੀ ਉਹ ਗੁਲਾਮ ਹਿੰਦੁਸਤਾਨ ਦੇ ਵਿੱਚ ਪੈਦਾ ਹੋਏ ਸੀ, ਅੱਜ ਚਰਨਜੀਤ ਸਿੰਘ ਚੰਨੀ ਦੇਖੇ ਜਾ ਰਹੇ ਨੇ ਕਿ ਉਹ ਆਜ਼ਾਦ ਹਿੰਦੁਸਤਾਨ 'ਚ ਪੈਦਾ ਹੋਏ ਨੇ। ਉਹ ਕਹਿੰਦੇ ਉਹਨਾਂ ਦੀ ਸੋਚ ਐਸੀ ਹੈ, ਆਜ਼ਾਦ ਦੇ ਤੌਰ ਪਰ ਉਹਨਾਂ ਦੀ ਸੋਚ ਹੈ। ਉਹਨਾਂ ਨੇ ਅੱਜ ਖੁੱਲ੍ਹੇ ਦਿਲ ਨਾਲ ਸਾਰਿਆਂ ਦੇ ਚਾਹੇ ਉਹ ਦੁਕਾਨਦਾਰ ਹੋਵੇ, ਚਾਹੇ ਬਿਜ਼ਨਸਮੈਨ ਹੋਵੇ, ਚਾਹੇ GST ਦਾ ਮਸਲਾ ਹੋਵੇ, ਚਾਹੇ ਪ੍ਰਾਪਰਟੀ ਡੀਲਰਾਂ ਦਾ ਮਸਲਾ ਹੋਵੇ, ਚਾਹੇ ਕਿਸੇ ਵੀ ਬਿਜ਼ਨਸਮੈਨ ਦਾ ਮਸਲਾ ਹੋਏ, ਉਹਨਾਂ ਨੇ ਖੁੱਲ੍ਹੇ ਦਿਲ ਨਾਲ ਅੱਜ ਸਾਰਿਆਂ ਦਾ ਬਾਂਹ ਫੜੀ ਔਰ ਸਾਰਿਆਂ ਨੂੰ ਜਿਹੜੀਆਂ ਪੈਨਲਟੀਆਂ ਸੀਗੀਆਂ, ਜਿਹੜੇ ਪੈਂਡਿੰਗ ਕੇਸ ਸੀਗੇ GST ਸਾਰੇ ਦੇ ਸਾਰੇ ਮਾਫ ਕਰਤੇ। ਤੁਸੀਂ ਸੁਣ ਲਿਆ ਹੋਣਾ, ਅੱਜ ਵਪਾਰੀ ਬਹੁਤ ਖੁਸ਼ ਹੈ। ਦੇਖਣਾ ਹੋਏਗਾ ਕਿ 2022 ਦੇ ਵਿੱਚ ਇਸ ਜਿਹੜੀਆਂ ਅੱਜ 12 ਅਨਾਉਂਸਮੈਂਟਸ ਕੀਤੀਆਂ ਗਈਆਂ ਚਰਨਜੀਤ ਸਿੰਘ ਚੰਨੀ ਵੱਲੋਂ, ਜਿਹੜੇ ਕੈਬਨਿਟ ਮੀਟਿੰਗ ਨੇ ਅੱਜ ਪਾਸ ਕੀਤੀਆਂ, ਇਹਦਾ ਅਮਲੀ ਜਾਮਾ ਕਹਿੰਦੇ ਅੱਜ ਤੋਂ ਹੀ ਬਣਾਇਆ ਜਾਏਗਾ। ਲੇਕਿਨ ਦੇਖਣਾ ਹੋਏਗਾ ਕਿ 2022 ਦੇ ਵਿੱਚ ਇਹਦਾ ਕਿੰਨਾ ਅਸਰ ਦੇਖਣ ਨੂੰ ਮਿਲਦਾ, ਕਿ 2022 ਦੇ ਵਿੱਚ ਵੀ ਕਾਂਗਰਸ ਸਰਕਾਰ ਨੂੰ ਦੁਬਾਰਾ ਲੋਕੀ ਲਿਆਉਣਗੇ ਕਿ ਨਹੀਂ ਲਿਆਉਣਗੇ। ਇਹ ਇੱਕ ਸਮੇਂ ਦੀ ਕੁੱਖ ਵਿੱਚ ਛੁਪਿਆ ਹੋਇਆ ਸਵਾਲ ਹੈ। ਕੈਮਰਾਮੈਨ ਗਗਨ ਦੇ ਨਾਲ ਰਾਜੇਸ਼ ਮਹਿਰਾ, ਸਿਟੀ ਹੋਮ ਨਿਊਜ਼, ਲੁਧਿਆਣਾ।